ਕਹਿੰਦੇ ਨੇ ਸ਼ਾਦੀ ਤੋਂ ਬਾਅਦ ਜ਼ਿੰਦਗੀ ਬਦਲ ਜਾਂਦੀ ਹੈ, ਲੇਕਿਨ ਅਸਲ ਵਿੱਚ ਜ਼ਿੰਦਗੀ ਨਹੀਂ ਬਦਲਦੀ। ਬੀਵੀ ਆ ਜਾਂਦੀ ਏ। ਬੀਵੀ ਉਹ ਹੁੰਦੀ ਏ ਜਿਹੜੀ ਤੁਹਾਡੇ ਕੋਲ ਪੁੱਛਦੀ ਏ, ਮੈਂ ਕਿਵੇਂ ਦੇ ਲੱਗ ਰਹੀ ਹਾਂ? ਤੇ ਫਿਰ ਤੁਸੀਂ ਕਹਿੰਦੇ ਨੇ ਠੀਕ ਹੈ, ਲੇਕਿਨ ਇਸ ਤੋਂ ਬਾਅਦ ਫਿਰ ਤੁਸੀਂ ਠੀਕ ਨਹੀਂ ਜੇ ਰਹਿੰਦੇ। अस्सलाम वालेकुम जी, की हाल चाल है ਤੁਹਾਡੇ ਸਭ ਲੋਕਾਂ ਦਾ? ਉਮੀਦ ਕਰਨੀ ਆ ਤੁਸੀਂ ਸਾਰੇ ਲੋਕ ਠੀਕ ਠਾਕ ਹੋਵੋਗੇ ਜੀ। ਅਲਹਮਦੁਲਿਲਾ ਮੈਂ ਵੀ ਬਿਲਕੁਲ ਠੀਕ ਹਾਂ। ਤੁਸੀਂ ਵੇਖ ਰਹੇ ਨੇ ਰੀਅਲ ਦੇਸੀ ਵਲੌਗ ਤੇ ਮੈਨੂੰ ਕਹਿੰਦੇ ਨੇ ਬਾਨੋ। ਅੱਛਾ ਜੀ, ਅੱਜ ਬੀਵੀ ਦੇ ਟੌਪਿਕ ਤੇ ਗੱਲ ਕਰਨ ਲੱਗੀ ਆ ਤੁਹਾਡੇ ਨਾਲ। ਲੋਕ ਕਹਿੰਦੇ ਨੇ ਜੀ ਬੀਵੀ ਇਹੋ ਜਿਹੀ ਹੋਣੀ ਚਾਹੀਦੀ ਹੈ, ਬੀਵੀ ਉਹੋ ਜਿਹੀ ਹੋਣੀ ਚਾਹੀਦੀ ਹੈ, ਲੇਕਿਨ ਇਹ ਕੋਈ ਨਹੀਂ ਪੁੱਛਦਾ ਕਿ ਬੀਵੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਕਦੇ ਤੁਸੀਂ ਮਹਿਸੂਸ ਕੀਤਾ ਕਿ ਬੀਵੀ ਕੀ ਮਹਿਸੂਸ ਕਰਦੀ ਹੈ? ਇਹ ਕੋਈ ਵੀ ਨਹੀਂ ਮਹਿਸੂਸ ਕਰਦਾ। ਔਰਤ ਨੂੰ ਵੈਸੇ ਵੀ ਕੋਈ ਸੀਰੀਅਸ ਲੈਂਦਾ ਹੀ ਨਹੀਂ। ਹਾਂਜੀ, ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਨਾ, ਉਹ ਔਰਤ ਦੀ ਉਹਨਾਂ ਹਕੀਕਤਾਂ 'ਤੇ ਗੱਲ ਕਰਨੀ ਜਿਹੜੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਹਾਂਜੀ, ਲੇਕਿਨ ਸਮਝਣੀਆਂ ਚਾਹੀਦੀਆਂ ਨੇ ਇਹ ਗੱਲਾਂ। ਮੈਂ ਉਹਨਾਂ ਮਰਦਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੀਵੀ ਨੂੰ ਕੁਝ ਨਹੀਂ ਜੇ ਸਮਝਦੇ, ਲੇਕਿਨ ਉਹਨਾਂ ਨੂੰ ਇਹ ਮੇਰੀ ਗੱਲ ਗੌਰ ਨਾਲ ਸੁਣਨੀ ਚਾਹੀਦੀ ਹੈ। ਬੀਵੀ ਸਿਰਫ ਇੱਕ ਰਿਸ਼ਤਾ ਨਹੀਂ ਹੁੰਦੀ, ਉਹ ਇੱਕ ਜ਼ਿੰਮੇਦਾਰੀ ਹੁੰਦੀ ਹੈ, ਇੱਕ ਅਹਿਸਾਸ ਹੁੰਦੀ ਹੈ, ਇੱਕ ਮੁਕੰਮਲ ਦੁਨੀਆ ਹੁੰਦੀ ਹੈ ਤੁਹਾਡੀ। ਹਾਂਜੀ, ਜਿਹੜੀ ਤੁਹਾਡੀ ਹਰ ਛੋਟੀ ਛੋਟੀ ਚੀਜ਼ ਨੂੰ ਯਾਦ ਰੱਖਦੀ ਹੈ। ਕਿਹੜਾ ਬੰਦਾ ਕਿਹੜੇ ਟਾਈਮ ਖਾਣਾ ਖਾਂਦਾ ਹੈ, ਕੀ ਉਹਨੂੰ ਪਸੰਦ ਹੈ, ਕੀ ਉਹਨੂੰ ਚੰਗਾ ਲੱਗਦਾ ਹੈ। ਉਹ ਸਾਰਾ ਦਿਨ ਕੰਮ ਕਰਦੀ ਏ, ਆਦੀ ਥਕਨ ਨੂੰ ਲੁਕਾਉਂਦੀ ਏ, ਲੇਕਿਨ ਤੁਹਾਡੇ ਵਾਸਤੇ ਰਾਹਤ ਬਣਦੀ ਏ। ਠੀਕ ਹੈ ਨਾ? ਇਹ ਸਿਰਫ ਬੀਵੀ ਨਹੀਂ, ਇਹ ਤੁਹਾਡੀ ਮੁਕੰਮਲ ਦੁਨੀਆ ਹੈ ਅਗਰ ਸੋਚੋ ਤੇ। ਹਾਂਜੀ, ਤੁਹਾਨੂੰ ਚਾਹ ਪਾ ਕੇ ਤੁਹਾਡੇ ਵਾਸਤੇ ਚਾਹ ਬਣਾਉਂਦੀ ਏ, ਚਾਹ ਵੀ ਬਣਾਉਂਦੀ ਏ, ਤੁਹਾਡੇ ਸਾਰੇ ਖਿਦਮਤ ਵੀ ਕਰਦੀ ਏ। ਅਗਰ ਉਹ ਤੁਹਾਨੂੰ ਚਾਹ ਪੇਸ਼ ਕਰਦੀ ਤਾਂ ਉਹ ਸਿਰਫ ਚਾਹ ਨਹੀਂ ਹੁੰਦੀ, ਉਹਦੇ ਵਿੱਚ ਉਹਦੀ ਮੁਹੱਬਤ ਵੀ ਸ਼ਾਮਿਲ ਹੁੰਦੀ ਹੈ। ਲੇਕਿਨ ਉਹ ਤੁਹਾਡੀ ਕਿਸੇ ਗਲਤੀ ਦੀ ਕਦੇ ਸ਼ਿਕਾਇਤ ਨਹੀਂ ਕਰਦੀ। ਹਾਂਜੀ, ਲੇਕਿਨ ਉਹਦਾ ਦਿਲ ਵੀ ਚਾਹੁੰਦਾ ਹੈ ਨਾ ਕਿ ਕੋਈ ਉਹਦੇ ਕੋਲ ਪੁੱਛੇ ਕਿ ਤੇਰਾ ਕੀ ਹਾਲ ਹੈ। ਉਹ ਕਿਸੇ ਸ਼ਾਇਰ ਨੇ ਕਿਹਾ ਸੀ ਨਾ, ਅਗਰ ਉਹ ਪੁੱਛ ਲੈ ਤੁਮੇ ਕਿਸ ਬਾਤ ਕਾ ਗਮ ਹੈ ਤੋ ਕਿਸ ਬਾਤ ਕਾ ਗਮ ਹੈ। ਬਿਲਕੁਲ ਉਸੇ ਤਰ੍ਹਾਂ ਬੀਵੀ ਉਹ ਹੁੰਦੀ ਏ ਜਿਹੜੀ ਘਰ ਨੂੰ ਸਿਰਫ ਸੰਭਾਲਦੀ ਨਹੀਂ, ਬਲਕਿ ਉਹਦੇ ਵਿੱਚ ਜਾਨ ਪਾਉਂਦੀ ਹੈ ਆਪਣੀ। ਹਾਂਜੀ, ਤੇ ਆਪਾਂ ਫਿਰ ਉਹਨਾਂ ਦੀ ਨਾ ਬੀਵੀ ਦੀਆਂ ਚੰਗਿਆਈਆਂ ਤਾਂ ਵੇਖਦੇ ਹੀ ਨਹੀਂ ਨਾ, ਫਿਰ ਗਲਤੀਆਂ ਹੀ ਕੱਢਣ ਤੇ ਰਹਿ ਜਾਂਦੇ ਆ। ਤੇ ਹੁਣ ਮੈਂ ਉਹ ਗੱਲਾਂ ਕਰ ਰਹੀ ਹਾਂ ਜਿਹੜੇ ਉਹਨਾਂ 'ਚ ਗਲਤੀਆਂ ਲੱਭਦੇ ਹਾਂ। ਠੀਕ ਹੈ, ਉਹ ਕਹਿੰਦੀ ਕੁਛ ਨਹੀਂ, ਲੇਕਿਨ ਹਕੀਕਤ ਵਿੱਚ ਉਹ ਬੜਾ ਕੁਛ ਕਹਿੰਦੀ ਹੈ। ਲੇਕਿਨ ਉਹਨੂੰ ਇਹ ਹੈ ਕਿ ਉਹਨੂੰ ਸਮਝਾ ਨਹੀਂ ਗਿਆ, ਕੋਈ ਉਹਨੂੰ ਸਮਝਦਾ ਨਹੀਂ। ਉਹਦੀ ਨਾਰਾਜ਼ਗੀ ਨੂੰ, ਉਹਦੇ ਗੁੱਸੇ ਨੂੰ ਕੋਈ ਕੁਛ ਸਮਝਦਾ ਨਹੀਂ। ਲੇਕਿਨ ਇੱਕ ਇਹ ਹੈ ਕਿ ਪੰਜਾਬੀ ਲੋਕਾਂ ਵਿੱਚ ਇਹੋ ਹੀ ਗੱਲ ਹੁੰਦੀ ਹੈ ਨਾ ਕਿ ਉਹ ਬੀਵੀ ਦੀ ਗੱਲ ਨੂੰ ਨਾ ਜ਼ਰਾ ਸੀਰੀਅਸ ਨਹੀਂ ਲੈਂਦੇ ਅਤੇ ਬਸ ਆਦੀ ਮਨਾਉਂਦੇ ਨੇ। ਹਾਲਾਂਕਿ ਐਸਾ ਹੋਣਾ ਨਹੀਂ ਚਾਹੀਦਾ। ਬੀਵੀ ਦਾ ਦਿਲ ਬਹੁਤ ਹਸਾਸ ਹੁੰਦਾ ਹੈ, ਬਹੁਤ ਹਸਾਸ ਹੁੰਦਾ ਹੈ, ਅਤੇ ਬਹੁਤ ਜ਼ਿਆਦਾ ਹਸਾਸ ਹੁੰਦਾ, ਕਿਉਂਕਿ ਮੈਂ ਵੀ ਇੱਕ ਬੀਵੀ ਹਾਂ। ਲਿਹਾਜ਼ਾ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਫੀਲ ਕਰਨੀ ਹਾਂ, ਬਹੁਤ ਜ਼ਿਆਦਾ ਨੋਟ ਕਰਨੀ ਹਾਂ। ਠੀਕ ਹੈ ਨਾ? ਮਰਦਾਂ ਨੂੰ ਅਕਸਰ ਸ਼ਿਕਾਇਤ ਹੁੰਦੀ ਬੜਾ ਫਜ਼ੂਲ ਖਰਚਾ ਕਰਦੀ, ਫਜ਼ੂਲ ਖਰਚਾ ਕਰਦੀ, ਲੇਕਿਨ ਨਹੀਂ, ਉਹ ਫਜ਼ੂਲ ਖਰਚੀ ਨਹੀਂ ਹੁੰਦੀ। ਉਹ ਉਹਨਾਂ ਦਾ ਸ਼ੌਂਕ ਹੁੰਦਾ ਹੈ ਆਪਦੇ ਘਰ ਨੂੰ ਸਜਾਉਣ ਦਾ, ਆਪਦੇ ਘਰ ਦੀਆਂ ਚੀਜ਼ਾਂ ਲਾਉਣ ਦਾ। ਇੱਕ ਔਰਤ ਦਾ ਇਹ ਫਿਤਰੀ ਅਮਲ ਹੈ। ਅਤੇ ਇਹ ਜਿਹੜੇ ਬੰਦੇ ਹਨ ਨਾ, ਇਹ ਗੱਲ ਨੂੰ ਨਹੀਂ ਸਮਝਦੇ। ਜਦੋਂ ਔਰਤ ਕਿਸੇ ਨਾਲ ਤੁਹਾਨੂੰ ਕੰਪੇਅਰ ਕਰਦੀ ਹੈ ਨਾ, ਅਸਲ ਉਹ ਤੁਹਾਡੀ ਅਟੈਂਸ਼ਨ ਮੰਗ ਰਹੀ ਹੁੰਦੀ ਹੈ। ਉਹ ਅਲਫਾਜ਼ ਵਿੱਚ ਨਹੀਂ, ਅਹਿਸਾਸ ਵਿੱਚ ਦੱਸ ਰਹੀ ਹੁੰਦੀ ਹੈ। ਇਹ ਸਭ ਦੀਆਂ ਗਲਤੀਆਂ ਨਹੀਂ ਹੁੰਦੀਆਂ। ਉਹਦਾ ਵੀ ਇੱਕ ਇਮੋਸ਼ਨ ਹੈ, ਉਹਦਾ ਵੀ ਇੱਕ ਅੰਦਾਜ਼ ਹੈ। ਬਸ ਇਹ ਹੈ ਕਿ ਕਿਸੇ ਬੰਦੇ ਨੂੰ ਕਿਸੇ ਦਾ ਅਹਿਸਾਸ ਇੱਕ ਐਸਾ ਲਫ਼ਜ਼ ਹੈ ਜਿਹਦੇ ਵਿੱਚ ਸਾਰੀ ਗੱਲ ਛੁਪੀ ਹੋਈ ਹੈ। ਲੇਕਿਨ ਅਕਸਰ ਔਕਾਤ ਇਹੋ ਹੀ ਹੁੰਦਾ ਕਿ ਇਹ ਗੱਲ ਕੋਈ ਸੋਚਦਾ ਨਹੀਂ, ਅਹਿਸਾਸ ਵਾਲੀ ਗੱਲ ਕੋਈ ਨਹੀਂ ਸੋਚਦਾ। ਇਹ ਨਹੀਂ ਸੋਚਦਾ ਕਿ ਇੱਕ ਕੁੜੀ ਆਪਣੇ ਪੇਕਾ ਘਰ ਛੱਡ ਕੇ ਆਉਂਦੀ ਹੈ, ਆਪਦੇ ਮਾਇਕੇ ਵਿੱਚੋਂ ਆਉਂਦੀ ਹੈ, ਤੁਹਾਡੇ ਘਰ ਵਿੱਚ ਆਉਂਦੀ ਹੈ, ਇੱਕ ਨਵੀਂ ਜਗ੍ਹਾ ਹੁੰਦੀ ਹੈ, ਨਵਾਂ ਸਭ ਕੁਛ ਹੁੰਦਾ ਹੈ, ਨਵੇਂ ਚਿਹਰੇ ਹੁੰਦੇ, ਨਵੀਆਂ ਆਦਤਾਂ ਹੁੰਦੀਆਂ, ਨਵੇਂ ਉਸੂਲ ਹੁੰਦੇ ਨੇ। ਇੱਕ ਨਵਾਂ ਘਰ ਜੋ ਹੁੰਦਾ ਹੈ ਨਾ, ਅਤੇ ਨਵੇਂ ਘਰ ਵਿੱਚ ਕੀ ਕੀ ਹੁੰਦਾ ਉਹਨੂੰ ਨਹੀਂ ਜੇ ਪਤਾ ਹੁੰਦਾ, ਲੇਕਿਨ ਉਹ ਫਿਰ ਵੀ ਮੁਸਕਰਾ ਕੇ ਸਾਰਿਆਂ ਨੂੰ ਆਦਾ ਸਮਝਦੀ ਹੈ, ਆਪਦੇ ਅੰਦਰ ਆਪਦੇ ਆਪ ਨੂੰ ਐਡਜਸਟ ਕਰ ਰਹੀ ਹੁੰਦੀ ਹੈ, ਤੁਹਾਡੇ ਹਰ ਰਿਸ਼ਤੇ ਨਾਲ ਅੱਛਾ ਬਿਹੇਵੀਅਰ ਕਰ ਰਹੀ ਹੁੰਦੀ ਹੈ ਕਿ ਸਾਰੇ ਉਹਨੂੰ ਅੱਛਾ ਕਹਣ, ਉਹਨਾਂ ਨੂੰ ਅੱਛਾ ਲੱਗੇ। ਸ਼ੁਰੂ ਵਿੱਚ ਤਾਂ ਹਰ ਔਰਤ ਇਹੋ ਹੀ ਹੁੰਦੀ, ਹਰ ਕੁੜੀ ਇਵੇਂ ਹੀ ਕਰਦੀ ਕਿ ਹਰ ਕਿਸੇ ਨੂੰ ਜੀ ਕਰਦੀ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਕੋਈ ਉਹਦੇ ਨਾਲ ਨਾਰਾਜ਼ ਹੋਵੇ। ਲੇਕਿਨ ਹਰ ਦਿਨ ਅਗਰ ਜੀ ਵੀ ਕਰਦੀ ਵੀ ਹੈ,
ਉਹ ਆਪਦੇ ਆਪ ਨੂੰ ਖੁਦ ਥੋੜ੍ਹਾ ਥੋੜ੍ਹਾ ਬਦਲ ਰਹੀ ਹੁੰਦੀ ਹੈ, ਸਿਰਫ ਇਸ ਲਈ ਕਿ ਤੁਹਾਡੇ ਘਰ ਵਿੱਚ ਉਹ ਆਪਣਾ ਬਣ ਕੇ ਰਵੇ। ਲੇਕਿਨ ਜ਼ਿਆਦਾਤਰ ਐਸਾ ਲੋਕ ਉਹਦੀ ਇਸ ਐਫਰਟ ਨੂੰ ਨਾ ਬਿਲਕੁਲ ਨਹੀਂ ਸਮਝਦੇ। ਲੇਕਿਨ ਥੋੜ੍ਹਾ ਥੋੜ੍ਹਾ ਇਹ ਵੀ ਹੁੰਦੇ ਨੇ, ਕਦੀ ਕਦੀ ਬੀਵੀ ਦਿਲ ਵਿੱਚ ਇਹ ਵੀ ਕਹਿੰਦੀ ਕਿ ਯਾਰ ਇਹ ਮੈਂ ਕਿੱਥੇ ਆ ਗਈ, ਜਿਨ੍ਹਾਂ ਨੂੰ ਮੇਰਾ ਪਤਾ ਹੀ ਨਹੀਂ, ਜਿਨ੍ਹਾਂ ਨੂੰ ਮੇਰਾ ਅਹਿਸਾਸ ਹੀ ਨਹੀਂ ਹੈ, ਖਿਆਲ ਹੀ ਨਹੀਂ ਹੈ। ਪਰ ਕੋਈ ਨਹੀਂ, ਖੈਰ ਇਹ ਤਾਂ ਫਿਤਰੀ ਅਮਲ ਹੈ। ਨਵੇਂ ਘਰ ਵਿੱਚ ਨਾ ਅਕਸਰ ਜੋ ਮੂਡ ਦੀ ਨਾ ਤੁਹਾਡੇ ਮੂਡ ਆਪਸ ਵਿੱਚ ਨਹੀਂ ਵੀ ਮਿਲਦੇ। ਅੱਛਾ, ਅਤੇ ਜਦੋਂ ਅਗਲੀ ਵਾਰੀ ਜਦੋਂ ਕੋਈ ਬੀਵੀ ਐਸੀ ਵੈਸੀ ਜਿਸ ਵੇਲੇ ਤੁਸੀਂ ਕਹੋ ਨਾ ਕਿ ਬੀਵੀ ਐਸੀ ਹੋਏ, ਬੀਵੀ ਵੈਸੀ ਮਿਲੇ, ਤਾਂ ਇੱਕ ਵਾਰੀ ਨਾ ਸੋਚਣਾ ਜ਼ਰੂਰ। ਉਹ ਲੜ ਨਹੀਂ ਰਹੀ ਹੁੰਦੀ ਤੁਹਾਡੇ ਨਾਲ, ਉਹ ਐਡਜਸਟ ਕਰ ਰਹੀ ਹੁੰਦੀ ਹੈ, ਉਹ ਜ਼ਿੱਦ ਨਹੀਂ ਕਰ ਰਹੀ ਹੁੰਦੀ ਹੈ, ਤੁਹਾਡੀ ਅਟੈਂਸ਼ਨ ਮੰਗ ਰਹੀ ਹੁੰਦੀ ਹੈ, ਤੁਹਾਡੀ ਤਵੱਜੋ ਮੰਗ ਰਹੀ ਹੁੰਦੀ ਹੈ। ਤਵੱਜੋ ਜਿਹੜੀ ਕਿ ਬਹੁਤ ਜ਼ਰੂਰੀ ਹੈ ਜੀ। ਅਕਸਰ ਔਕਾਤ ਮੀਆਂ ਜੋ ਹੈ ਨਾ, ਉਹ ਬੀਵੀ ਨੂੰ ਬਹੁਤ ਜ਼ਿਆਦਾ ਸਮਝਦੇ ਨਹੀਂ ਹੈ, ਉਹ ਖਾਮੋਸ਼ ਨਹੀਂ ਹੁੰਦੀ, ਉਹ ਥੱਕ ਚੁੱਕੀ ਹੁੰਦੀ ਹੈ। ਬੀਵੀ ਨੂੰ ਪਰਫੈਕਟ ਹੋਣਾ ਚਾਹੀਦਾ ਹੈ, ਬਸ ਉਹਨੂੰ ਸਮਝਿਆ ਜਾਣਾ ਚਾਹੀਦਾ, ਕਿਉਂਕਿ ਇੱਕ ਸਮਝਿਆ ਜਾਣ ਵਾਲੀ ਬੀਵੀ ਨਾ ਇੱਕ ਬਿਹਤਰੀਨ ਬੀਵੀ ਬਣ ਸਕਦੀ ਹੈ, ਤਾਂ ਉਹ ਘਰ ਨੂੰ ਜੰਨਤ ਵੀ ਬਣਾ ਦਿੰਦੀ ਹੈ। ਅੱਜ ਦਾ ਵਲੋਗ ਤੁਹਾਨੂੰ ਕੈਸਾ ਲੱਗਾ, ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ। ਮੇਰੀ ਗੱਲ ਤੋਂ ਐਗਰੀ ਕਰੋ ਤੇ ਐਗਰੀ ਲਿਖ ਦੇਣਾ, ਅਤੇ ਅਗਰ ਵੀਡੀਓ ਪਸੰਦ ਆਵੇ ਤਾਂ ਲਾਈਕ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅਤੇ ਜੀ ਅਗਰ ਮੇਰੀ ਗੱਲ ਨਾਲ ਐਗਰੀ ਕਰੋ ਨਾ ਤਾਂ ਦੱਸਣਾ ਜ਼ਰੂਰ। ਮਿਲਦੇ ਹਾਂ ਨੈਕਸਟ ਵਲੋਗ ਵਿੱਚ, ਤਬ ਤੱਕ ਵਾਸਤੇ ਅੱਲਾ ਹਾਫਿਜ਼।